ਸਾਰਾ ਘਾਲ ਮਾਲ ਇੱਕ ਦੂਜੇ ਨੂੰ ਬਚਾਉਣ ਲਈ ਕੀਤਾ ਜਾ ਰਿਹਾ। ਇਹ ਕੋਈ ਇਹਨਾਂ ਦੀ ਰਖੇਲ ਹੈ। SGPC ਵੀ ਇਹਨਾਂ ਦੇ ਕੰਮ 'ਚ ਕੋਈ ਦਖਲ ਨਹੀਂ ਦੇ ਸਕਦਾ। ਅਕਾਲ ਤਖਤ ਦਾ ਜਥੇਦਾਰ ਵੱਡਾ ਕਿ ਲੌਂਗੋਵਾਲ ਵੱਡਾ ਹੈ? ਅਕਾਲ ਤਖਤ ਸੁਪਰੀਮ ਸੀਗਾ, ਅਸੀਂ ਸੁਣਦੇ ਸੀਗੇ, ਪਰ ਹੁਣ ਪਤਾ ਲੱਗਾ ਹੈ ਕਿ ਜਿਹੜਾ ਸੁਪਰੀਮ ਹੈ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ। ਉਹਦਾ ਵੀ ਪਿਓ ਇੱਕ ਸੁਪਰ ਸੁਪਰੀਮ ਹੈ, ਸੁਖਬੀਰ ਸਿੰਘ ਬਾਦਲ। 2 ਜੁਲਾਈ ਨੂੰ ਮੈਂ ਬੋਲ ਦਿੱਤਾ ਸੀਗਾ ਕਿ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾਏਗਾ। ਕਿਤੇ 84 'ਚ ਇਨਸਾਫ ਮਿਲਿਆ। ਜੇ ਹੋ ਜਾਣਗੇ ਤਾਂ ਵੀ ਠੀਕ ਹੈ, ਨਹੀਂ ਤੇ ਇਹੋ ਜਿਹੀਆਂ ਬੇਦਬੀਆਂ ਇਹੋ ਜਿਹੇ ਛਿੱਤਰੇ ਨਾਲ ਖਾਂਦੇ ਹੀ ਰਹਿਣਾ। ਸਾਰਾ ਪੈਸਾ ਤੁਸੀਂ ਲੁੱਟ ਕੇ ਖਾ ਜਾਂਦੇ ਹੋ ਸੰਗਤਾਂ ਦਾ, ਜੋ ਸੰਗਤਾਂ ਚੜਾਵਾ ਚੜਾਉਂਦੀਆਂ ਨੇ। ਠੱਗੀਆਂ ਦਾ ਅੱਡਾ ਹੈ ਉਹ ਪ੍ਰਧਾਨ ਨੂੰ। ਤੇ ਮੈਂ ਕਿਹਾ ਤੂੰ ਅਲੀ ਬਾਬਾ ਤੇ ਥੱਲੇ 40 ਚੋਰਾਂ ਦੀ ਤੂੰ ਟੀਮ ਰੱਖੀ। ਉਹ ਫਿਲਮ ਹੀ ਤੇਰੇ ਤੇ ਆਈ ਸੀ, ਅਲੀ ਬਾਬਾ ਚਾਰੀ ਚੋਰ। ਆਪਣੇ ਪਿਓ ਦੇ ਜੇ ਸਣੇ ਸੁਖਬੀਰ ਬਾਦਲ ਤੇ ਸਣੇ ਤੂੰ ਲੌਂਗੋਵਾਲ ਮੇਰੇ ਤੇ ਕੇਸ ਕਰਕੇ ਵਿਖਾ। ਅੱਗ ਤੇਰੇ ਤੱਕ ਆਉਣੀ ਹੈ। ਸਰੂਪ ਤੇਰੇ ਕਹਿਣ ਤੇ ਗਏ ਨੇ। ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਹੇ ਹਾਂ ਸਰ, ਸੁਖਬੀਰ ਬਾਦਲ ਕਿਉਂ ਨਹੀਂ ਬੋਲ ਰਹੇ? ਇੱਕ ਬੰਦਾ ਅਮਲੀ ਹੈ ਤੇ ਕੀ ਗੱਲ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੇ ਸਿਰ ਤੇ 2-3 ਇਲੈਕਸ਼ਨਾਂ ਨਹੀਂ ਜਿੱਤਣਗੇ? ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੇ ਨਾਂ ਤੇ 4 ਜਿਹੜੇ ਆਪਣੇ ਮਤਲਬ ਸਾਹਿਬਜ਼ਾਦੇ ਵਾਰ ਦਿੱਤੇ ਸੀਗੇ ਤੇ ਇਹਨਾਂ ਤੇ 328 ਗੁਰੂ ਗ੍ਰੰਥ ਸਾਹਿਬ ਵਾਰ ਦਿੱਤੇ ਨੇ। ਪਿਛਲੇ ਦਿਨ ਹੀ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰੈਸ ਵਾਰਤਾ ਜਿਹੜੀ ਸੀ ਕੀਤੀ ਗਈ ਸੀ, ਜਿਸ ਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਜਿਹੜੇ 328 ਪਾਵਨ ਸਰੂਪ ਖੁਰਦ-ਬੁਰਦ ਹੋਏ ਨੇ ਉਸ ਮਾਮਲੇ ਦੇ ਵਿੱਚ ਉਹ ਪੁਲਿਸ ਦੀ ਜਾਂਚ ਨਹੀਂ ਕਰਵਾਉਣਗੇ। ਤਾਂ ਸਾਡੇ ਨਾਲ ਇਸ ਸਮੇਂ ਸੋਸ਼ਲ ਵਰਕਰ ਮਨਦੀਪ ਸਿੰਘ ਮੰਨਾ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ। ਸਰ, ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਉਹਨਾਂ ਦਾ ਬਿਆਨ ਕੁਝ ਹੋਰ ਆਉਂਦਾ ਹੈ ਔਰ SGPC ਦੇ ਪ੍ਰਧਾਨ ਉਹਨਾਂ ਦਾ ਬਿਆਨ ਕੁਝ ਹੋਰ ਆਉਂਦਾ ਹੈ, ਅਸਲ ਸੱਚਾਈ ਕੀ ਹੈ? SGPC ਦੇ ਪ੍ਰਧਾਨ ਦਾ ਵੀ ਬਿਆਨ ਕੋਈ ਜਥੇਦਾਰ ਨਾਲੋਂ ਵੱਖਰਾ ਨਹੀਂ ਸੀ ਜੀ। 27 ਅਗਸਤ ਨੂੰ SGPC ਦੇ ਪ੍ਰਧਾਨ ਨੇ ਵੀ ਉਹੀ ਬਿਆਨ ਦਿੱਤਾ ਸੀਗਾ ਜੋ ਜਥੇਦਾਰ ਸਾਹਿਬ ਨੇ ਬਿਆਨ ਦਿੱਤਾ ਸੀਗਾ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਂਗੇ, ਫਲਾਣੇ ਬੰਦਿਆਂ ਦੇ ਖਿਲਾਫ ਧਾਰਮਿਕ ਕਾਰਵਾਈ ਕਰਾਂਗੇ, ਫਲਾਣਿਆਂ ਦੇ ਖਿਲਾਫ ਬਾਏ ਨੇਮ ਉਹਨਾਂ ਨੇ ਕਿਹਾ ਸੀਗਾ ਕਿ ਕ੍ਰਿਮੀਨਲ ਕੇਸ ਦਰਜ ਕਰਾਇਆ ਜਾਊਗਾ। ਅੱਜ ਉਹ ਮੁੱਕਰ ਕੇ ਹੋ ਗਏ। ਯੂ ਟਰਨ ਲੈਣਾ ਜਿਹੜਾ ਉਹ ਮੰਦਭਾਗਾ। ਇਹਦੇ ਵਿੱਚ ਕਿਤੇ ਨਾ ਕਿਤੇ ਮੈਲ ਜਿਹੜੀ ਮਨ ਦੇ ਵਿੱਚ ਨਜ਼ਰ ਆ ਰਹੀ, ਕਿਉਂਕਿ ਜਿਹੜੇ ਲੋਕ ਇਹਨਾਂ ਨੇ ਦੋਸ਼ੀ ਕਹੇ ਸੀਗੇ ਉਹਨਾਂ ਨੇ ਕਿਤੇ ਇਹਨਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਜਾਂ ਉਹਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਵੀ ਪਰਦੇ ਖੋਲਾਂਗੇ ਤੇ ਤੁਹਾਡਾ ਵੀ ਦੱਸਾਂਗੇ ਕਿ ਕਿਹੜਾ ਸੀ। ਇੱਕ ਦੂਜੇ ਨੂੰ ਸਮੇਟਣ ਲਈ, ਇੱਕ ਦੂਜੇ ਨੂੰ ਬਲੈਕਮੇਲ ਕਰਨ ਦਾ ਜਿਹੜਾ ਸਿਸਟਮ ਚੱਲ ਪਿਆ, ਉਹਦੇ ਕਰਕੇ ਨਾ ਤਾਂ ਇਨਸਾਫ ਹੋਣਾ ਹੈ, ਨਾ ਲੋਕਾਂ ਨੂੰ ਕੋਈ ਬੇਅਦਬੀ ਬਾਰੇ ਇਹ ਜਿਹੜੇ 328 ਸਰੂਪ ਗਾਇਬ ਨੇ ਨਾ ਇਹ ਬਰਾਮਦ ਹੋ ਸਕਦੇ ਨੇ। ਸਾਰਾ ਘਾਲ ਮਾਲ ਇੱਕ ਦੂਜੇ ਨੂੰ ਬਚਾਉਣ ਲਈ ਕੀਤਾ ਜਾ ਰਿਹਾ। ਔਰ ਜਿੱਥੇ ਅਕਾਲ ਤਖਤ ਦੇ ਜਥੇਦਾਰ ਨੇ ਇਹ ਗੱਲ ਕਹੀ ਹੋਵੇ ਕਿ ਦੋਸ਼ੀਆਂ ਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਹੋਣਾ ਚਾਹੀਦਾ, ਸਰੂਪ ਬਰਾਮਦ ਹੋਣੇ ਚਾਹੀਦੇ ਆ, ਉਹਨਾਂ ਆਪਣੀ ਰਿਪੋਰਟ ਦੇ ਵਿੱਚ SGPC ਨੂੰ ਦੋਸ਼ੀ ਠਹਿਰਾਇਆ ਤੇ SGPC ਕਹਿੰਦੀ ਅਸੀਂ ਆਪ ਹੀ ਜਾਂਚ ਕਰਾਂਗੇ। ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਨੇ ਸਾਡੇ ਕੰਮ 'ਚ ਕੋਈ ਦਖਲ ਨਹੀਂ ਦੇ ਸਕਦਾ। ਇਹ ਕੋਈ ਇਹਨਾਂ ਦੀ ਰਖੇਲ ਹੈ। SGPC ਵੀ ਇਹਨਾਂ ਦੇ ਕੰਮ 'ਚ ਕੋਈ ਦਖਲ ਨਹੀਂ ਦੇ ਸਕਦਾ। ਸਰੂਪ ਗਾਇਬ ਹੋਏ ਨੇ, ਤੈਨੂੰ ਤਾਂ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਜੋ ਤੇਰੀਆਂ ਕਰਤੂਤਾਂ ਨੇ ਜਾਂ ਜੋ ਤੂੰ ਕੀਤਾ। ਅਕਾਲ ਤਖਤ ਦਾ ਜਥੇਦਾਰ ਵੱਡਾ ਕਿ ਲੌਂਗੋਵਾਲ ਵੱਡਾ ਹੈ? ਅਕਾਲ ਤਖਤ ਦੇ ਜਥੇਦਾਰ ਕਹਿ ਰਹੇ ਨੇ, ਉਹ ਕਹਿੰਦੇ ਮੈਂ ਆਪਣੀ ਟੀਮ ਨਾਲ ਵਾਅਦਾ ਕੀਤਾ ਕਿ ਜੇ ਮੈਂ ਜਾਂਚ ਕਰਕੇ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਵਾ ਸਕਿਆ ਤੇ ਮੈਂ ਇਹ ਅਹੁਦਾ ਛੱਡ ਦੂੰਗਾ। ਤੇ ਮੈਂ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਵੀ ਉਹਨੇ ਤੇ ਤੁਹਾਡੀ ਗੱਲ ਕੱਟ ਕੇ ਕਹਿ ਦਿੱਤਾ ਤੇ ਤੁਹਾਨੂੰ ਇਹ ਅਹੁਦਾ ਛੱਡ ਦੇਣਾ ਚਾਹੀਦਾ। ਅਕਾਲ ਤਖਤ ਸੁਪਰੀਮ ਸੀਗਾ, ਅਸੀਂ ਸੁਣਦੇ ਸੀਗੇ, ਪਰ ਹੁਣ ਪਤਾ ਲੱਗਾ ਹੈ ਕਿ ਜਿਹੜਾ ਸੁਪਰੀਮ ਹੈ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ। ਉਹਦਾ ਵੀ ਪਿਓ ਇੱਕ ਸੁਪਰ ਸੁਪਰੀਮ ਹੈ, ਸੁਖਬੀਰ ਸਿੰਘ ਬਾਦਲ। ਮੈਂ ਪਹਿਲਾਂ ਵੀ ਕਹਿਣਾ ਕਿ ਇਹ ਪ੍ਰਧਾਨ ਤੇ ਜਥੇਦਾਰ ਸੁਖਬੀਰ ਬਾਦਲ ਜਿਹੜਾ ਲਿਫਾਫਾ ਭੇਜਦਾ ਉਹਦੀ ਪਦੈਸ਼ ਨੇ, ਉਹਦੇ ਗਰਭ ਦੇ ਵਿੱਚੋਂ ਨਿਕਲਦੇ ਨੇ। ਤੇ ਇਹ ਉਹਦੇ ਖਿਲਾਫ ਕੀ ਜਾਣਗੇ? ਅੱਗ ਤੇ ਉਹਦੇ ਤੱਕ ਜਾਣੀ ਸੀਗੀ। ਸਰੂਪ ਉਹਨੇ ਕਿੱਥੇ ਕਿੱਥੇ ਭੇਜੇ ਨੇ ਤੇ ਕੀ ਕੀਤਾ, ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਸਾਰਾ ਜਿਹੜਾ ਛਿੜਯੰਤਰ ਰਚਿਆ ਜਾ ਰਿਹਾ। ਪਰ ਸਰ, ਰਿਪੋਰਟ ਆਉਣ ਤੋਂ ਪਹਿਲਾਂ ਹੀ ਤੁਹਾਡੇ ਵੱਲੋਂ ਇਸ ਰਿਪੋਰਟ ਦੇ ਉੱਤੇ ਸਵਾਲ ਚੁੱਕੇ ਗਏ ਸੀ ਕਿ ਤੁਹਾਨੂੰ ਲੱਗਦਾ ਸੀ ਕਿ ਇਹ ਜਿਹੜੇ ਰਿਪੋਰਟ ਆਈ ਹੈ ਤੁਹਾਡੇ ਹਿਸਾਬ ਦੇ ਨਾਲ ਬਿਲਕੁਲ ਠੀਕ ਹੈ? 2 ਜੁਲਾਈ ਨੂੰ ਮੈਂ ਬੋਲ ਦਿੱਤਾ ਸੀਗਾ ਕਿ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾਏਗਾ। ਕਿਤੇ 84 'ਚ ਇਨਸਾਫ ਮਿਲਿਆ। ਜਿਹੜੇ 2 ਸਰੂਪ ਮਤਲਬ 2015-16 ਦੇ ਵਿੱਚ ਬੇਅਦਬੀ ਹੋਈ ਸੀ, ਕਦੀ ਉਹਨਾਂ ਤੇ ਇਨਸਾਫ ਮਿਲਿਆ? ਕਿਉਂਕਿ ਵੱਡੇ ਲੋਕ ਇਹਨਾਂ ਦੇ ਵਿੱਚ ਇਨਵੋਲਵ ਹੁੰਦੇ ਨੇ ਤੇ ਸਾਰੇ ਇੱਕ ਦੂਜੇ ਦੇ ਨਾਲ ਰਲੇ ਹੋਏ ਨੇ। ਕੋਈ ਕਿਸੇ ਨੂੰ ਇਨਸਾਫ ਨਹੀਂ ਦੇਣਾ ਚਾਹੁੰਦਾ। ਮੈਂ ਤੇ ਪਹਿਲੇ ਦਿਨ ਹੀ ਤੱਤ ਕੱਢ ਦਿੱਤਾ ਸੀ। ਔਰ ਮੈਂ ਫਿਰ ਤੁਹਾਨੂੰ ਕਹਿਣਾ, ਮੈਂ ਤੇ ਲੋਕਾਂ ਨੂੰ ਕਹਿਣਾ ਕਿ ਮੇਰਾ ਕੰਮ ਤੁਹਾਨੂੰ ਜਾਗਰੂਕ ਕਰਨਾ ਹੈ ਕਿ ਆਹ ਲੋਕਾਂ ਦੀਆਂ ਕਤਾਈਆਂ ਨੇ। ਕੋਈ ਇਹਨਾਂ ਨੂੰ ਕੋਰਟ ਦੇ ਵਿੱਚੋਂ ਪੁਲਿਸ ਵੱਲੋਂ ਤੇ ਸਜ਼ਾਵਾਂ ਮਿਲਣੀਆਂ ਹੀ ਨਹੀਂ, ਕਿਉਂਕਿ ਪੁਲਿਸ ਵੀ ਇਹਨਾਂ ਦੀ ਹੈ। ਜੇ ਸਰਕਾਰ ਹੈ ਤੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਨਾਲ ਰਲੀ ਹੈ ਤੇ ਇਨਸਾਫ ਤੇ ਮਿਲਣ ਦੀ ਕੋਈ ਆਸ ਨਹੀਂ। ਮੈਂ ਤਾਂ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦਾ। ਜੇ ਹੋ ਜਾਣਗੇ ਤਾਂ ਵੀ ਠੀਕ ਹੈ, ਨਹੀਂ ਤੇ ਇਹੋ ਜਿਹੀਆਂ ਬੇਦਬੀਆਂ ਇਹੋ ਜਿਹੇ ਛਿੱਤਰੇ ਨਾਲ ਖਾਂਦੇ ਹੀ ਰਹਿਣਾ। ਸਰ, ਸ਼੍ਰੋਮਣੀ ਕਮੇਟੀ ਦੇ ਖਿਲਾਫ ਤੁਸੀਂ ਪਹਿਲਾਂ ਵੀ ਕਈ ਵਾਰ ਲੋਕਾਂ ਨੂੰ ਸੁਚੇਤ ਕੀਤਾ ਸੀ ਕਿ ਸਮਝਦੇ ਹੋ ਕਿ ਸਿੱਖਾਂ ਦੇ ਆਸਥਾ ਦੇ ਨਾਲ ਜਿਹੜੀ ਉਹ ਖਿਲਵਾੜ ਕੀਤਾ ਜਾ ਰਿਹਾ? ਬਿਲਕੁਲ ਕੀਤਾ ਜਾ ਰਿਹਾ ਜੀ।
ਇਹ ਜਿਹੜੇ ਮੈਂ ਤਾਂ ਕਹਿੰਦਾ ਪ੍ਰਧਾਨ ਨੂੰ ਵੀ ਤੂੰ ਕਹਿੰਦਾ ਮੇਰੇ ਕੰਮ 'ਚ ਕੋਈ ਦਖਲ ਨਹੀਂ ਦੇ ਸਕਦਾ। ਇਹ ਇੱਕ ਸੰਸਥਾ ਹੈ, ਇਹਦੇ ਉੱਤੇ ਵੀ ਮਤਲਬ ਤਾਕਤਾਂ ਕੰਮ ਕਰਦੀਆਂ ਨੇ। ਕੋਈ ਨਾ ਤੁਹਾਡੀਆਂ ਇਲੈਕਸ਼ਨਾਂ ਕਰਾਉਂਦੇ ਨੇ ਲੋਕੀ, ਸਾਰਾ ਕੁਝ ਕਰਾਉਂਦੇ ਨੇ, ਤੇਰੀ ਕੋਈ ਰਖੇਲ ਥੋੜ੍ਹੀ SGPC। ਮੈਂ ਤੁਹਾਡੇ ਲੋਕਾਂ ਕਰਕੇ ਮਤਲਬ ਲੋਕ ਗੁਰੂ ਘਰਾਂ ਤੋਂ ਵੀ ਮੁਨਕਰ ਹੋ ਰਹੇ ਨੇ ਕਿ ਐਸੇ ਬੰदों को देख कर ही खुदा से मुनकर हुई है दुनिया कि ऐसे बंदे हो जिस खुदा के वो कोई अच्छा खुदा नहीं है। ਸਾਰਾ ਪੈਸਾ ਤੁਸੀਂ ਲੁੱਟ ਕੇ ਖਾ ਜਾਂਦੇ ਹੋ ਸੰਗਤਾਂ ਦਾ, ਜੋ ਸੰਗਤਾਂ ਚੜਾਵਾ ਚੜਾਉਂਦੀਆਂ ਨੇ। ਕਿਤੇ ਲੋਕਾਂ ਦਾ ਮਨ ਵੀ ਟੁੱਟ ਰਿਹਾ, ਸਾਰਾ ਕੁਝ ਹੋ ਰਿਹਾ। ਇਹਨਾਂ ਲੋਕਾਂ ਨੂੰ ਇਹਦੇ ਵੱਲ ਧਿਆਨ ਹੀ ਨਹੀਂ ਹੈਗਾ, ਮਤਲਬ ਆਪਣੀਆਂ ਮਰਜ਼ੀਆਂ ਕਰਦੇ ਨੇ, ਸਾਰਾ ਕੁਝ ਕਰਦੇ ਨੇ। ਕੀ ਸਮਝਦੇ ਹੋ ਉਸ ਸ਼੍ਰੋਮਣੀ ਕਮੇਟੀ ਜਿਹੜੀ ਰਾਜਨੀਤੀ ਦਾ ਅੱਡਾ ਬਣ ਕੇ ਰਹਿ ਗਈ ਹੈ ਬਸ? ਰਾਜਨੀਤੀ ਤੇ ਬੜੀ ਛੋਟੀ ਜੀ ਗੱਲ ਹੈ ਜੀ। ਇਹ ਠੱਗੀਆਂ ਦਾ ਅੱਡਾ ਹੈ। ਉਹ ਪ੍ਰਧਾਨ ਨੂੰ ਤਾਂ ਮੈਂ ਕਿਹਾ ਤੂੰ ਅਲੀ ਬਾਬਾ ਤੇ ਥੱਲੇ 40 ਚੋਰਾਂ ਦੀ ਤੂੰ ਟੀਮ ਰੱਖੀ ਹੈ, ਉਹ ਫਿਲਮ ਹੀ ਤੇਰੇ ਤੇ ਆਈ ਸੀ ਅਲੀ ਬਾਬਾ ਚਾਰੀ ਚੋਰ। ਰਾਜਨੀਤੀ ਤੇ ਲਫ਼ਜ਼ ਹੀ ਛੋਟਾ ਹੈ। ਇਹ ਚੋਰਾਂ ਠੱਗੀਆਂ ਦਾ ਜਿਹੜਾ ਅੱਡਾ ਬਣ ਕੇ ਰਹਿ ਗਈ। ਮੈਂ ਇੰਨੇ ਕੇਸ ਇਹਨਾਂ ਦੇ ਖੋਲ੍ਹੇ ਸੀਗੇ, ਚਾਹੇ ਉਹ ਘਿਓ ਦਾ ਘਪਲਾ ਸੀ, ਚਾਹੇ ਉਹ ਬਾਲਣ ਦਾ ਘਪਲਾ ਸੀ, ਚਾਹੇ ਉਹ ਟੈਂਟ ਦਾ ਘਪਲਾ ਸੀਗਾ, ਚਾਹੇ ਇਹਨਾਂ ਦੀ ਲੰਗਰ ਹਾਲ ਇਮਾਰਤ ਦਾ ਘਪਲਾ ਸੀਗਾ। ਜੇ ਆਪਦੇ ਪਿਓ ਦੇ ਸੀ ਤੇ ਮੇਰੇ ਤੇ ਕਰਦੇ ਕੇਸ ਮਾਨਾਨੀ ਦਾ। ਜਦੋਂ ਪਤਾ ਇਹ ਚੋਰ ਨੇ, ਮੈਂ ਤੈਨੂੰ ਉਹਨੂੰ ਕਹਿਣਾ, ਅੱਜ ਮੈਂ ਵੰਗਾਰ ਕੇ ਕਹਿਣਾ, ਆਪਣੇ ਪਿਓ ਦੇ ਜੇ ਸਣੇ ਸੁਖਬੀਰ ਬਾਦਲ ਤੇ ਸਣੇ ਤੂੰ ਲੌਂਗੋਵਾਲ ਮੇਰੇ ਤੇ ਕੇਸ ਕਰਕੇ ਵਿਖਾ। ਸਰ ਇੱਕ ਸਰੂਪ ਚੋਰੀ ਹੋਇਆ, ਇੱਕ ਸਰੂਪ ਦਾ ਮਾਮਲਾ ਸੀ ਤਾਂ ਪੁਲਿਸ ਜਾਂਚ ਹੋਈ ਸੀ, ਤਾਂ ਇਹ ਤਾਂ 328 ਸਰੂਪ ਦਾ ਮਾਮਲਾ ਹੈ। ਤਾਂ ਕੀ ਪੁਲਿਸ ਜਾਂਚ ਹੋਣੀ ਚਾਹੀਦੀ ਸੀ? ਕੀ ਲੱਗਦਾ ਕਿ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ? ਇੱਕ ਸਰੂਪ ਪਟਿਆਲੇ ਦੇ ਵਿੱਚ ਚੋਰੀ ਹੁੰਦਾ ਤੇ ਅਕਾਲੀ ਦਲ ਲਗਾਤਾਰ ਉੱਥੇ ਧਰਨਾ ਦਿੰਦਾ ਤੇ ਕਹਿੰਦਾ ਇੱਟ ਨਾ ਇੱਟ ਖੜਕਾ ਦਿਆਂਗੇ। ਤੇ ਇੱਥੇ ਸੁਖਬੀਰ ਬਾਦਲ ਦੀ ਜ਼ੁਬਾਨ ਕਿਉਂ ਸੀਤੀ ਹੈ, ਜਿਹੜਾ ਹਰ ਗੱਲ ਦੇ ਉੱਤੇ CBI ਦੀ ਜਾਂਚ ਮੰਗਦਾ, ਕਿਉਂਕਿ ਇਹਦੇ ਵਿੱਚ ਪਤਾ ਵੀ ਚੋਰ ਤੂੰ ਆ, ਅੱਗ ਤੇਰੇ ਤੱਕ ਆਉਣੀ ਹੈ। ਸਰੂਪ ਤੇਰੇ ਕਹਿਣ ਤੇ ਗਏ ਨੇ, ਆਪੋ ਆਪਣੇ ਮਾਪਦੰਡ ਨੇ, ਹਰ ਚੀਜ਼ ਨੂੰ ਆਪਣੇ ਮਾਪਦੰਡ ਅਨੁਸਾਰ ਤੈਅ ਕਰਦੇ ਨੇ, ਆਪਣੀ ਮਰਜ਼ੀ ਦੇ ਨਾਲ। ਜੋ ਇਹਨਾਂ ਨੂੰ ਰੁਖ ਹੋਵੇ, ਜਿੱਦਾਂ ਇਹਨਾਂ ਨੂੰ ਮਾਫਕ ਹੋਵੇ, ਉਸੇ ਤਰੀਕੇ ਬੋਲਦੇ ਨੇ। ਇੱਕ ਸਰੂਪ ਤੇ ਏਡਾ ਵੱਡਾ ਬਵਾਲ ਜਿਹੜਾ ਖੜਾ ਹੋ ਸਕਦਾ ਤੇ ਇੱਥੇ 328 ਤੇ ਕਿਉਂ ਨਹੀਂ ਹੈਗਾ? ਕਿਉਂਕਿ ਇੱਥੇ ਆਪ ਦੋਸ਼ੀ ਨੇ। ਸਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਸਰੂਪ ਨਾ ਤਾਂ ਖੁਰਦਬੁਰਦ ਹੋਏ ਤੇ ਨਾ ਹੀ ਉਹਨਾਂ ਦੀ ਬੇਦਬੀ ਹੋਈ ਹੈ। ਇਹ ਤਾਂ ਸੰਗਤ ਨੂੰ ਦਿੱਤੇ ਗਏ ਸਿਰਫ ਭੇਟਾਂ ਦੇ ਕਾਰਨ ਹੀ ਸਭ ਕੁਝ ਹੋਇਆ। ਜੇ ਪ੍ਰਧਾਨ ਇਹ ਗੱਲ ਕਹਿ ਰਹੇ ਨੇ ਤੇ ਫਿਰ ਅਕਾਲ ਤਖ਼ਤ ਦੇ ਜਥੇਦਾਰ ਝੂਠੇ ਨੇ, ਫਿਰ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਫਿਰ ਜਿਹਨੇ ਰਿਪੋਰਟ ਤਿਆਰ ਕੀਤੀ ਹੈ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇ ਭੇਟਾਂ ਕਰਕੇ ਹੋਇਆ, ਉਹ ਕਹਿੰਦੇ ਜੀ ਭੇਟਾਂ ਦੀ ਅਸੀਂ ਜਿਹੜੀ ਰਕਮ ਹੈ ਉਹ ਪੁਲਿਸ ਨੂੰ ਕਹਿ ਕੇ ਬਰਾਮਦ ਕਰਾਵਾਂਗੇ। ਭੇਟਾਂ ਜ਼ਿਆਦਾ ਜ਼ਰੂਰੀ ਹੈ ਕਿ ਸਰੂਪ ਜ਼ਿਆਦਾ ਜ਼ਰੂਰੀ ਸੀਗੇ ਬਰਾਮਦ ਕਰਾਉਣੇ? ਪੁੱਛਣਾ ਤੇ ਇਹ ਬਣਦਾ ਹੈ। ਦੂਜੀ ਚੀਜ਼ ਕਿ ਜਿੰਨੇ ਵੀ ਇਹਨਾਂ ਕੋਲੋਂ ਸਰੂਪ ਖੜੇ ਨੇ, ਜੋ ਚੋਰੀ ਕਰਾ ਕੇ ਖੜੇ ਨੇ, ਕਿਉਂਕਿ ਜਿੰਨੇ ਵੀ ਸਰੂਪ ਮਰਿਆਦਾ ਨਾਲ ਲੈਣ ਆਉਣਾ ਉਹਨੇ ਰਸੀਦ ਕਟਾ ਕੇ ਖੜਨਾ ਸੀਗਾ, ਉਹਨੇ ਸ਼੍ਰੋਮਣੀ ਕਮੇਟੀ ਕੋਲ ਦਰਜ ਕਰਾ ਕੇ ਖੜਨਾ ਸੀ। ਜੇ ਉਹਨਾਂ 2100 5100 3100 ਦੀ ਭੇਟਾ ਕਰਕੇ ਸਰੂਪ ਚੋਰੀ ਕਰਾਇਆ ਤੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਗੁਰੂ ਘਰ ਜਿਹੜਾ ਆਪਣੇ ਘਰ ਦੇ ਵਿੱਚ ਸਰੂਪ ਰੱਖਣ ਦੇ ਹੱਕਦਾਰ ਹੀ ਨਹੀਂ ਹੈਗੇ। ਤੁਸੀਂ ਤੇ ਨੀਂਹ ਚੋਰੀ ਤੋਂ ਰੱਖੀ ਹੈ, ਤੁਹਾਡੇ ਘਰਾਂ 'ਚੋਂ ਤੇ ਵੈਸੇ ਸਰੂਪ ਚੁੱਕ ਕੇ ਲੈ ਆਉਣੇ ਚਾਹੀਦੇ ਨੇ। ਸਰ ਡਾਕਟਰ ਰੂਪ ਸਿੰਘ ਜਿਨ੍ਹਾਂ ਵੱਲੋਂ ਫੇਸਬੁੱਕ ਤੇ ਪੋਸਟ ਪਾਈ ਗਈ ਹੈ ਤਾਂ ਅਸਤੀਫਾ ਵੀ ਦਿੱਤਾ ਗਿਆ ਉਹਨਾਂ ਵੱਲੋਂ, ਕੀ ਕਹਿਣਾ ਚਾਹੋਗੇ ਉਹਨਾਂ ਦਾ? ਬੜੀ ਦੇਰ ਨਾਲ ਦੇਰ ਆਏ ਦਰੁਸਤ ਆਏ। ਬੜੀ ਦੇਰ ਬਾਅਦ ਉਹਨਾਂ ਦਾ ਜਿਹੜਾ ਜ਼ਮੀਰ ਜਾਗਿਆ। ਉਹਨਾਂ ਦੇ ਸਾਹਮਣੇ ਇੰਨੀਆਂ ਘਟਨਾਵਾਂ ਹੁੰਦੀਆਂ ਰਹੀਆਂ ਨੇ, ਚਾਹੇ ਆ ਟੈਂਟ ਵਾਲੀ ਸੀ, ਚਾਹੇ ਆ ਬਾਲਣ ਵਾਲੀ ਸੀ, ਚਾਹੇ ਘਿਓ ਵਾਲੀਆਂ ਸੀਗੀਆਂ। ਇਹੋ ਜਿਹੇ ਸਾਰੇ ਘਪਲੇ ਉਹਨਾਂ ਦੀ ਨਿਗਰਾਨੀ ਹੇਠ ਹੀ ਹੁੰਦੇ ਰਹੇ ਨੇ। ਉਦੋਂ ਕਿਉਂ ਨਹੀਂ ਇਹਨਾਂ ਦਾ ਜ਼ਮੀਰ ਜਾਗਿਆ? ਨਾਂ ਨੂੰ ਤੇ ਡਾਕਟਰ ਲਾਉਂਦੇ ਨੇ। ਤੇ ਮੈਂ ਬਾਰ-ਬਾਰ ਕਹਿੰਦਾ ਕਿ ਬਾਦਲ ਜਿੰਨੇ ਕੁੱਤੇ ਕੰਮ ਕਰਦੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ, ਉਹਦੀਆਂ ਸਾਰੀਆਂ ਸਰਜਰੀਆਂ ਕਰਨ ਵਾਲੇ ਡਾਕਟਰ ਰੂਪ ਸਿੰਘ ਨੇ। ਇਹ ਸਰਜਰੀਆਂ ਕਰਕੇ ਟਾਂਕੇ ਲਾ ਕੇ ਤੇ ਉਹਨਾਂ ਨੂੰ ਸੀ ਦਿੰਦੇ ਨੇ, ਸਾਰਾ ਕੁਝ ਉਹਨਾਂ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਕਹਿੰਦੇ ਮੈਂ ਕਿਤਾਬਾਂ ਲਿਖਦਾ ਰਿਹਾ, ਮੈਂ ਬੜੀ ਇੱਜ਼ਤ ਕਰਦਾ ਸੀਗਾ ਇਹਨਾਂ ਦੀ, ਪਰ ਮੇਰਾ ਮਨ ਜਦੋਂ ਪੈਸੇ ਦੀ ਹੇਰਾਫੇਰੀ ਹੁੰਦੀ ਰਹੀ, ਚਲੋ ਕੋਈ ਗੱਲ ਨਹੀਂ, ਜਦੋਂ ਸਰੂਪਾਂ ਦੀ ਹੇਰਾਫੇਰੀ ਹੋਈ ਮੇਰਾ ਮਨ ਵੀ ਇਸ ਬੰਦੇ ਤੋਂ ਬੜਾ ਦੁਖਿਆ ਕਿ ਤੂੰ ਕਹਿੰਦਾ ਮੈਂ ਕਿਤਾਬਾਂ ਲਿਖਦਾ ਹਾਂ ਤੇ ਅਗਲੀ ਕਿਤਾਬ 'ਚ ਰੱਬ ਦਾ ਵਾਸਤਾ ਭਰਾਵਾ ਇਹ ਜ਼ਰੂਰ ਲਿਖੀ ਕਿ ਇੰਨਾ ਚਿਰ ਮੈਂ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਰਿਹਾ ਤੇ ਇੰਨਾ ਚਿਰ ਮੇਰਾ ਜ਼ਮੀਰ ਮਰਿਆ ਰਿਹਾ ਤੇ ਜਦੋਂ ਇਹਨਾਂ ਮੈਨੂੰ ਕੱਢਿਆ ਤੇ ਮੇਰਾ ਜ਼ਮੀਰ ਜਾਗ ਗਿਆ ਵਾ। ਜੇ ਤੁਸੀਂ ਹੁਣ ਵੀ ਸੱਚੇ ਗੁਰੂ ਦੇ ਸਿੱਖ ਹੋ, ਆਪਣੀਆਂ ਭੁੱਲਾਂ ਬਖਸ਼ਾਉਣੀਆਂ ਚਾਹੁੰਦੇ ਹੋ ਤੇ ਹੁਣ ਵੀ ਖੁੱਲ੍ਹ ਕੇ ਆ ਕੇ ਇਹਨਾਂ ਦਾ ਬੋਲੋ। ਹੋਰ ਬੜੀਆਂ ਕਤਾਈਆਂ ਨੇ, ਕਿਉਂ ਨਹੀਂ ਕੱਢ ਰਹੇ? ਤੁਹਾਡੀ ਵੀ ਇਹਨਾਂ ਬੇਇੱਜ਼ਤੀ ਕੀਤੀ, ਤੁਹਾਨੂੰ ਲਾਇਆ, ਚਾਹੇ ਇਹਦੇ ਵਿੱਚ ਤੇ ਹੋਰ ਇਹਨਾਂ ਬੜੇ ਮਤਲਬ ਘਪਲੇ ਕੀਤੇ ਨੇ, ਕਿਉਂ ਨਹੀਂ ਬੋਲ ਰਹੇ? ਹਰ ਬੰਦਾ ਚਾਹੁੰਦਾ ਮੇਰੀ ਵੀ ਜਾਨ ਛੁੱਟ ਜੇ, ਉਹ ਚਾਹੁੰਦੇ ਨੇ ਮੇਰੀ ਵੀ ਜਾਨ ਛੁੱਟ ਦੇ ਤੇ ਨਿਕਲ ਇੱਥੇ ਕੱਢਣ ਪਾਉਣ ਨੂੰ ਤਾਂ ਹੈਗਾ ਹੀ ਕੱਖ ਨਹੀਂ ਇਹਦੇ ਵਿੱਚ। ਫਿਰ ਬਿਲਕੁਲ ਸਰ, ਗੱਲ ਕਰੀਏ ਸ਼੍ਰੋਮਣੀ ਕਮੇਟੀ ਦੀ ਤਾਂ ਬਾਦਲ ਸਾਹਿਬ ਇਸ ਦੇ ਵਿੱਚ ਕਿਉਂ ਨਹੀਂ ਬੋਲ ਰਹੇ? ਕਿਉਂਕਿ ਮੇਨ ਜਿਹੜੇ ਮੁਖੀ ਨੇ ਉਹ ਬਾਦਲ ਸਾਹਿਬ ਨੇ। ਕਾਫੀ ਪਹਿਲਾਂ ਮੀਨਾ ਵੱਲੋਂ ਗੱਲਾਂ ਕੀਤੀਆਂ ਗਈਆਂ ਸੀ ਕਿ ਪਟਿਆਲੇ ਦੀ ਤੁਸੀਂ ਗੱਲ ਕੀਤੀ ਸੀ ਤਾਂ ਉੱਥੇ ਇਹਨਾਂ ਨੇ ਕਾਫੀ ਬਿਆਨਬਾਜ਼ੀ ਕੀਤੀ ਸੀ, ਤਾਂ ਇਸ ਮਾਮਲੇ ਦੇ ਵਿੱਚ ਹੁਣ ਕਿਉਂ ਨਹੀਂ ਬੋਲ ਰਹੇ ਸਰ? ਕਿਹੜੇ ਬਾਦਲ ਸਾਹਿਬ ਜੀ? ਸੁਖਬੀਰ ਕੇ ਵੱਡਾ? ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਹੇ ਹਾਂ ਸਰ। ਸੁਖਬੀਰ ਬਾਦਲ ਕਿਉਂ ਨਹੀਂ ਬੋਲ ਰਹੇ ਹੁਣ? ਇੱਕ ਬੰਦਾ ਅਮਲੀ ਹੈ, ਉਹਨੂੰ ਉਹ ਜਦੋਂ ਉਹਨੂੰ ਸੁਰਤ ਆਉਂਦੀ, ਉਹਨੂੰ ਪਤਾ ਲੱਗਦਾ ਵੀ ਉਹਨੂੰ 4 ਬੰਦੇ ਪੱਟੀ ਪੜਾਉਂਦੇ ਨੇ, ਆਹ ਬੋਲਣਾ, ਆਹ ਕਰਨਾ। ਉਹਨੂੰ ਪਟਿਆਲੇ ਕਿਸੇ ਨੇ ਦੱਸਿਆ ਵੀ ਬੜਾ ਵੱਡਾ ਮਸਲਾ ਹੈ, ਸਾਰਿਆਂ ਘਿਰ ਜਾਣਾ, ਸਾਡੇ ਕੋਲ ਇਸ਼ੂ ਕੋਈ ਨਹੀਂ ਹੈਗਾ, ਉੱਥੇ ਮਤਲਬ ਇਹ ਧਰਨਾ ਦੇ ਦਿਓ। ਉੱਥੇ ਨਾ ਧਰਨਾ ਦਿੱਤਾ, ਉੱਥੇ ਨਾ ਪਰਚਾ ਦਰਜ ਕਰਾਇਆ। ਜਦੋਂ ਪਤਾ ਲੱਗਾ ਇੱਥੇ 328 ਸਰੂਪ ਆਪਣੇ ਵੀ ਗਾਇਬ ਹੋ ਗਏ ਨੇ, ਉਹ ਤੋਂ ਬਾਅਦ ਉਹ ਵੀ ਮੁੱਦਾ ਭੁੱਲ ਗਿਆ ਇਹਨਾਂ ਨੂੰ। ਕਦੀ ਤੁਸੀਂ ਹੁਣ ਸੁਣਿਆ ਵੀ ਉਹਦੇ ਉੱਤੇ ਵੀ ਇਹਨਾਂ ਧਰਨਾ, ਇਹਨਾਂ ਤੇ ਕਿਹਾ ਸੀ ਲੜੀਵਾਰ ਧਰਨਾ ਦੇਵਾਂਗੇ ਜੇ ਦੋਸ਼ੀ ਫੜੇ ਨਾ ਗਏ? ਕਿਉਂ? ਸਰਕਾਰ ਨੇ ਉਹਨਾਂ ਨੂੰ ਇਹ 'ਚ ਡਰਾ ਲਿਆ, ਉਹਨੇ ਉਹਨਾਂ ਨੂੰ ਉਹ 'ਚ ਡਰਾ ਲਿਆ। ਚੱਲਣ ਤੇ ਇਹੋ ਕੁਛ ਡਿਆ ਇੱਥੇ। ਤਾਂ ਸਰ ਕਾਂਗਰਸ ਇਸ ਵੇਲੇ ਸੱਤਾ 'ਚ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਬੋਲ ਰਹੇ। ਕੈਪਟਨ ਅਮਰਿੰਦਰ ਸਿੰਘ ਤੇ ਪਹਿਲੇ ਜਿਹੜੇ 2 ਸਰੂਪਾਂ ਦੀ ਬੇਅਦਬੀ ਹੋਈ ਉਹਦੇ ਉੱਤੇ ਨਹੀਂ ਇਨਸਾਫ ਦੇ ਸਕੇ ਤੇ 328 ਤੇ ਕੀ ਦੇਣਗੇ? ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਵੀ ਬੇਨਤੀ ਕਰਦਾ
ਕਿ ਨੌਕਰੀਆਂ ਦੂਜੇ ਇਸ਼ੂ ਬਹੁਤ ਅਲੱਗਾ ਰਹਿ ਜਾਂਦੇ ਨੇ। ਚਾਹੇ ਜਦੋਂ ਕਿਤੇ ਗ੍ਰੰਥ ਗਾਇਬ ਹੁੰਦਾ ਜਾਂ ਉਹਦੀ ਬੇਅਦਬੀ ਹੁੰਦੀ, ਚਾਹੇ ਉਹ ਗੀਤਾ ਹੈ, ਚਾਹੇ ਕੁਰਾਨ ਹੈ, ਚਾਹੇ ਬਾਈਬਲ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਨੇ, ਉਹਦੇ ਉੱਤੇ ਤੇ ਤੁਹਾਨੂੰ ਸੰਜੀਦਾ ਹੋਣਾ ਚਾਹੀਦਾ। ਐਡੇ ਵੱਡੇ ਤੁਸੀਂ ਮੁਖੀ ਹੋ, ਐਡੇ ਵੱਡੇ ਮਤਲਬ ਤੁਸੀਂ ਚਿਹਰੇ ਹੋ ਪੰਜਾਬ ਦੇ, ਤੁਸੀਂ ਕਈਆਂ ਪੀੜ੍ਹੀਆਂ ਤੋਂ ਤੁਹਾਡਾ ਨਾਂ ਤੁਰਿਆ ਆਉਂਦਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਨੇ, ਤੁਹਾਡੇ ਕਮਿਸ਼ਨਰ ਕੋਲ ਪੁਲਿਸ ਕੋਲ ਕੰਪਲੇਂਟਸ ਪੈਂਡਿੰਗ ਨੇ, ਅਤੇ ਤੁਸੀਂ ਪਰਚਾ ਦਰਜ ਕਰਾਉਣ ਦੀ ਵੀ ਹਿਮਾਕਤ ਨਹੀਂ ਕਰ ਰਹੇ। ਕਿਤੇ ਨਾ ਕਿਤੇ ਤੁਸੀਂ ਵੀ ਬਾਦਲਾਂ ਕੋਲ ਡਰਦੇ ਹੋ ਵੀ ਅਗਲੀ ਰੀ ਇਹ ਆ ਜਾਣਗੇ ਤੇ ਇਹ ਤੰਗ ਕਰਨਗੇ। ਇਸੇ ਦੇ ਵਿੱਚ ਹੀ ਪੰਜਾਬ ਉੱਜੜ ਰਿਹਾ। ਮੰਨਾ ਸਾਹਿਬ, ਬਾਈਬਲ ਕਲਾਮ ਮਾਮਲੇ ਦੇ ਵਿੱਚ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਕਿ ਤੁਹਾਨੂੰ ਲੱਗਦਾ ਕਿ 328 ਸਰੂਪ ਜਿਹੜੇ ਗਾਇਬ ਹੋਏ ਨੇ ਜਾਂ ਖੁਰਦ-ਬੁਰਦ ਹੋਏ ਨੇ, ਉਸ ਮਾਮਲੇ ਹਰ ਬੰਦਾ ਜਿਹੜਾ ਮੁੱਦਾ ਹੈ ਉਹਨੂੰ ਆਪਣੇ ਤਰੀਕੇ ਨਾਲ ਵਰਤਦਾ ਹੈ। ਜੇ 84 ਦੇ ਸਿਰ 'ਤੇ ਅਕਾਲੀ ਦਲ ਨੇ 20 ਇਲੈਕਸ਼ਨਾਂ ਜਿੱਤ ਲਈਆਂ, ਉਹਦੇ ਵਿੱਚ ਵਿਧਾਨ ਸਭਾ ਨੇ, ਲੋਕ ਸਭਾ ਨੇ, ਹੋਰ ਕਈ ਤਰ੍ਹਾਂ ਦੀਆਂ ਇਲੈਕਸ਼ਨਾਂ ਨੇ ਮੁੱਦੇ ਬਣਾ ਕੇ, ਅਤੇ ਕੀ ਗੱਲ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਦੇ ਸਿਰ 'ਤੇ 2-3 ਇਲੈਕਸ਼ਨਾਂ ਨਹੀਂ ਜਿੱਤਣਗੇ? ਇਹ ਲੋਕ ਕੀ ਕਰਦੇ ਨੇ, ਇਹੋ ਜਿਹੇ ਮੁੱਦਿਆਂ ਨੂੰ ਆਪਣੀ ਅਲਮਾਰੀ 'ਚ ਰੱਖਦੇ ਨੇ। ਜਿੱਦਾਂ ਅਸੀਂ ਕੈਸ਼ ਘਰ ਦੇ ਵਿੱਚ ਥੋੜ੍ਹਾ ਬਹੁਤਾ ਰੱਖ ਲਈਦਾ ਨਾ, ਵੀ ਕੋਈ ਬਿਮਾਰ ਪੈ ਜਾਊਗਾ ਤਾਂ ਕੱਢ ਲਾਂਗੇ ਲੋੜ ਪੈਣ 'ਤੇ। ਇਸ ਤਰੀਕੇ ਫਿਰ ਇਹ ਮੁੱਦੇ ਕੱਢਦੇ ਨੇ ਅਲਮਾਰੀ ਦੇ ਵਿੱਚੋਂ, ਵੀ ਲੋੜ ਪੈਣ 'ਤੇ ਕੱਢਣਗੇ ਜਦੋਂ ਜਨਤਾ ਨੂੰ ਸ਼ਦਾਈ ਬਣਾਉਣਾ। ਸਰ, ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਇਹਨਾਂ ਕੋਲੋਂ ਕਾਫੀ ਸਿੱਖ ਜਥੇਬੰਦੀਆਂ ਨੇ ਇਹ ਜਵਾਬ ਮੰਗਿਆ ਸੀ ਕਿ ਸਾਨੂੰ ਦੱਸਣ ਕਿ ਜਿਹੜੇ ਪਾਵਨ ਸਰੂਪ ਨੇ ਉਹ ਕਿਸ ਹਾਲਾਤ ਦੇ ਵਿੱਚ ਨੇ, ਤਾਂ ਉਹ ਅਜੇ ਤੱਕ ਉਹਨਾਂ ਵੱਲੋਂ ਦੱਸਿਆ ਨਹੀਂ ਗਿਆ ਕਿ ਕਿਸ ਹਾਲਾਤ ਦੇ ਵਿੱਚ ਉਹ ਸਰੂਪ ਜਿਹੜੇ ਨੇ ਪਏ ਹੋਏ ਨੇ। ਕਿਹੜੇ ਸਰੂਪ ਜੀ ਭਲਾ? ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਗੱਲ ਕਰ ਰਹੇ ਸੀ, 328 ਜੀ, ਉਹਨਾਂ ਦੀ ਸਰੂਪ ਦੀ ਗੱਲ ਕਰ ਰਹੇ ਸੀ, ਉਹ ਕਿਸ ਹਾਲਾਤ ਦੇ ਵਿੱਚ ਨੇ? ਸਰੂਪ ਨੇ ਜੀ, ਉਹ ਤੇ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਨਹੀਂ ਪਤਾ ਕਿਹੜੇ ਹਾਲਾਤ ਦੇ ਵਿੱਚ ਨੇ। ਉਹ ਤੇ ਸਟੇਟਮੈਂਟ ਦੇ ਰਹੇ ਨੇ 3 ਦਿਨ, ਕਿਹੜੇ ਘਰਾਂ ਦੇ ਵਿੱਚ ਪਏ ਨੇ, ਕਿਹੜੇ ਡੇਰਿਆਂ 'ਤੇ ਪਏ ਨੇ। ਇਹ ਉਹਨਾਂ ਲੋਕਾਂ ਕੋਲ 3rd ਡਿਗਰੀ ਹੋਊਗੀ ਤੇ ਫੇਰ ਹੀ ਪੁੱਛਿਆ ਜਾ ਸਕਦਾ ਨਾ ਕਿਹਨੂੰ ਦਿੱਤੇ ਨੇ। ਲੌਂਗੋਵਾਲ ਕੋਲ ਕਿਹੜੀ ਗੋਲੀ ਹੈ ਵੀ ਜਿਹੜੀ ਉਹ ਕਿਸੇ ਦੇ ਮੂੰਹ 'ਚ ਪਾ ਦੂਗਾ ਤੇ ਉਹ ਸੱਚ ਬੋਲਣਾ ਹੈ? ਨਾਰਕੋ ਟੈਸਟ ਆਪਣੀ ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਕਰ ਲੂਗਾ, ਉਹਨਾਂ ਕੋਲ ਸੱਚ ਬੁਲਾ ਲੂਗਾ। ਸੱਚ ਜਿਹੜਾ ਬੁਲਾਇਆ ਜਾਣਾ ਉਹ ਦਬਕੇ ਨਾਲ, ਮਤਲਬ ਦਲੇਰੀ ਨਾਲ, ਇੰਟੈਰੋਗੇਸ਼ਨ ਕਰਕੇ ਬੁਲਾਇਆ ਜਾਣਾ। ਉਨੀ ਦੇਰ ਤੇ ਸਰੂਪ ਮਿਲ ਹੀ ਨਹੀਂ ਸਕਦੇ ਇਹਨਾਂ ਨੂੰ। SGPC ਦੇ ਪ੍ਰਧਾਨ ਸਾਹਿਬ ਤਾਂ ਕਹਿ ਰਹੇ ਨੇ ਕਿ ਸਜ਼ਾ ਜਿਹੜੀ ਆ SGPC ਦੇਗੀ, ਕਾਨੂੰਨ ਦੇ ਮੁਤਾਬਿਕ ਜਿਹੜੀ ਸਜ਼ਾ ਨਹੀਂ, ਉਹ ਤਾਂ ਆਪ ਕਹਿ ਰਹੇ ਨੇ ਕਿ ਅਸੀਂ ਸਜ਼ਾ ਦੇਵਾਂਗੇ ਜੀ। ਹਾਂਜੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਨੇ ਤੇ ਉਹਨੂੰ ਤੇ ਵਿੱਚ ਅਕਾਲ ਤਖਤ ਦੇ ਜਥੇਦਾਰ ਕਹਿ ਰਹੇ ਨੇ ਕਿ ਸੰਸਥਾ ਵੀ ਦੋਸ਼ੀ ਹੈ ਤੇ ਪ੍ਰਧਾਨ ਵੀ ਦੋਸ਼ੀ ਨੇ, ਤੇ ਉਹ ਕੀ ਸਜ਼ਾ ਦੇਊਗਾ? ਕੀ ਸਜ਼ਾ ਦੇ ਲੈਣਗੇ? ਭਾਂਡਿਆਂ ਦੀ ਮਤਲਬ ਮਾਂਜਣ ਦੀ ਸੇਵਾ ਦੇ ਦੇਣਗੇ, ਵਿਹੜਾ ਧੋਣ, ਮਤਲਬ ਗੁਰਦੁਆਰੇ ਦਾ ਜਿਹੜਾ ਬਰਾਂਡਾ ਉਹ ਧੋਣ ਦੀ ਸਜ਼ਾ ਦੇ ਦੇਣਗੇ, ਝਾੜੂ ਦੀ ਸਜ਼ਾ ਦੇ ਦੇਣਗੇ। ਇਹ ਸਜ਼ਾ, ਇਹ ਸੇਵਾ ਹੈ। ਇਹ ਤਾਂ ਮੈਂ ਰੋਜ਼ ਕਰਦਾ, ਗੁਰਦੁਆਰੇ ਜਾ ਕੇ ਮੈਂ ਜੋੜੇ ਰੱਖਦਾ ਵਾਂ, ਤੇ ਮੈਂ ਮੰਦਿਰ 'ਚ ਜਾ ਕੇ ਵੀ ਹਨੂੰਮਾਨ ਮੰਦਿਰ ਜਾਂਦਾ, ਮੈਂ ਉੱਥੇ ਵੀ ਰੱਖਦਾ। ਇਹਨੂੰ ਤੁਸੀਂ ਸਜ਼ਾ ਕਹਿੰਦੇ ਹੋ? ਸਪਸ਼ਟ ਕਰੇ ਕਿ ਪ੍ਰਧਾਨ ਸਾਹਿਬ ਕਿਹੜੇ ਉਹਨਾਂ ਦੇ ਹੱਥ ਪੈਰ ਵੜ ਦੇਣਗੇ। ਗੁਰੂ ਗ੍ਰੰਥ ਸਾਹਿਬ ਨਾਲ ਵੱਧ ਕੀ ਸੀਗਾ? ਇੰਨੀਆਂ ਜੰਗਾਂ ਹੋ ਜਾਂਦੀਆਂ ਸੀ ਗੁਰੂਆਂ ਦੇ ਨਾਂ ਦੇ ਉੱਤੇ। ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੇ ਨਾਂ ਤੇ 4 ਜਿਹੜੇ ਆਪਣੇ ਮਤਲਬ ਸਾਹਿਬਜ਼ਾਦੇ ਵਾਰ ਦਿੱਤੇ ਸੀਗੇ, ਤੇ ਇਹਨੇ ਤੇ 328 ਗੁਰੂ ਗ੍ਰੰਥ ਸਾਹਿਬ ਵਾਰ ਦਿੱਤੇ ਨੇ ਪ੍ਰਧਾਨ ਨੇ। ਤੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ। ਸਜ਼ਾ ਦੱਸੇ ਕੀ ਦੇ ਸਕਦਾ ਸਵਾਏ ਇਹਨਾਂ ਚੀਜ਼ਾਂ ਤੋਂ, ਧਾਰਮਿਕ ਸਜ਼ਾਵਾਂ ਤੋਂ? ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ। 10-10 ਸਾਲ ਦੀ ਕੈਦ ਹੈ ਉਹਦੇ ਵਿੱਚ। ਇਹਨਾਂ ਲੋਕਾਂ ਦੇ ਨਾਂ ਨਸ਼ਰ ਹੋਣੇ ਚਾਹੀਦੇ ਨੇ, ਇਹਨਾਂ ਨਾਲ ਤਾਲਮੇਲ ਬੰਦ ਹੋਣਾ ਚਾਹੀਦਾ ਹੈ। ਇਹਨਾਂ ਲੋਕਾਂ ਨੂੰ ਕਿਤੇ ਮਤਲਬ ਸਮਾਜ 'ਚ ਖੜਨ ਨੂੰ ਜਗ੍ਹਾ ਨਹੀਂ ਮਿਲਣੀ ਚਾਹੀਦੀ। ਹੋਣਾ ਤੇ ਇਹ ਚਾਹੀਦਾ। ਤਾਂ ਬਿਲਕੁਲ ਹਰ ਮਾਮਲੇ ਦੇ ਵਿੱਚ ਉੱਠ ਕੇ ਇਹ ਕਿਹਾ ਜਾਂਦਾ ਕਿ CBI ਜਾਂਚ ਹੋਣੀ ਚਾਹੀਦੀ ਹੈ, ਕਿ ਇਸ ਮਾਮਲੇ ਦੇ ਵਿੱਚ ਵੀ CBI ਦੀ ਜਾਂਚ ਹੋਣੀ ਚਾਹੀਦੀ। ਮੈਂ ਫਿਰ ਕਹਿੰਦਾ ਜੀ, CBI ਬੜੀ ਵੱਡੀ ਏਜੰਸੀ ਹੈ, ਬੜੇ ਕਾਗਜ਼ ਉਹਨਾਂ ਨੂੰ ਕਾਲੇ ਕਰਨੇ ਪੈਣਗੇ, ਸਾਰਾ ਕੁਝ। ਸੁਖਬੀਰ ਬਾਦਲ ਨਿੱਕੀਆਂ ਗੱਲਾਂ ਤੇ CBI ਦੀ ਜਾਂਚ ਮੰਗਦਾ। ਹੁਣ ਕੀ ਹੋ ਗਿਆ? ਹੁਣ ਕੀ ਸੱਪ ਸੁੰਘ ਗਿਆ ਇਹਨੂੰ ਵੀ ਹੁਣ ਕਿਉਂ ਨਹੀਂ ਜਾਂਚ ਮੰਗਣ ਡਿਆ? ਮੈਂ ਫਿਰ ਕਹਿੰਦਾ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਕਿਸੇ ਜਾਂਚ ਦੇ ਨਾਲ ਮੈਨੂੰ 5-7 ਮਤਲਬ ਥਾਣੇਦਾਰ ਤੇ 5-7 ਮੁਲਾਜ਼ਮ ਦੇ ਦੇਵੇ, ਤੇ ਇਹਨਾਂ ਨੂੰ ਜਾਂ ਪ੍ਰਧਾਨ ਹੋ ਜਾਏ ਜਾਂ ਸੁਖਬੀਰ ਬਾਦਲ ਹੋ ਜਾਏ, ਕਿਸੇ ਨੂੰ 5 ਮਿੰਟ ਸਾਡੇ ਹਵਾਲੇ ਕਰੋ, ਉਹਨੂੰ ਜਿੰਦਾ ਹੀ ਲਾਓ ਸਾਡੇ ਕੋਲ ਵਾਪਸ। ਬੰਦਾ ਵੀ ਲੈ ਲਓ, ਸਰੂਪ ਵੀ ਲੈ ਲਿਓ ਵਾਪਸ। ਕਿਹੜੀ ਗੱਲੋਂ ਇਹਨਾਂ ਤੇ ਕਾਗਜ਼ ਕਾਲੇ ਕਰਨ ਦੇ? ਇਹਨਾਂ ਨੂੰ ਛਿੱਤਰ ਵੱਜਣਗੇ ਤੇ ਸਰੂਪ ਦੇਣਗੇ ਕਾਗਜ਼ਾਂ ਦੇ ਵਿੱਚ, ਤੇ ਇਹਨਾਂ ਕੋਲ ਸਰੂਪ ਤੁਸੀਂ ਲੱਭ ਹੀ ਨਹੀਂ ਸਕਦੇ। ਤਾਂ ਬਿਲਕੁਲ ਇਹ ਸਨ ਸੋਸ਼ਲ ਵਰਕਰ ਮਨਦੀਪ ਸਿੰਘ ਮੰਨਾ, ਜਿਨ੍ਹਾਂ ਦੇ ਨਾਲ ਵਾਰਤਾਲਾਪ ਕੀਤੀ ਗਈ ਹੈ। ਮਨਦੀਪ ਸਿੰਘ ਮੰਨਾ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਗਰ ਜਾਂਚ ਹੋਣੀ ਚਾਹੀਦੀ ਹੈ ਤਾਂ CBI ਵੀ ਜਾਂਚ ਹੋਣੀ ਚਾਹੀਦੀ, ਤਾਂ ਜੋ ਸੱਚ ਪਤਾ ਲੱਗੇ ਕਿ ਇਸ ਮਾਮਲੇ ਦੇ ਵਿੱਚ ਕੌਣ ਇਨਵੋਲਵ ਹੈ। ਵੀਡੀਓ ਜਰਨਲਿਸਟ ਮਨੋਜ ਭਗਤ ਦੇ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।